प्रोग्राम प्राइम डिस्कशन विद जतिंदर पन्नू देख रहे सारे ही दर्शकों का स्वागत करते हैं। मैं हनुजीत। हर रोज़ की तरह खबरों पर चर्चा करने लिए मेरे नाल ने सीनियर पत्रकार ते विश्लेषक जतिंदर पन्नू जी। सब तो पहला स्वागत करते हैं। पन्नू साहब बहुत बहुत स्वागत जी। जी शुक्रिया। पन्नू साहब, अरविंद केजरीवाल पंजाब दौरे ते वैसे तो 2 दिन बाद आ ही जाते हैं। तिरंगा यात्रा कड्डी, जलंधर विच ते 2 ऐलान किए, गारंटियां कह सकते दित्तियां। एक एयरपोर्ट बनाना है तो दूसरा स्पोर्ट्स यूनीवर्सिटी। किवें देखते हैं इस ऐलान में? देखो, स्पोर्ट्स यूनीवर्सिटी जलंधर ਨੂੰ ਚਾਹੀਦੀ ਹੈ, पर कैप्टन अमरिंदर ਸਿੰਘ ਪਹਿਲਾਂ ਪਟਿਆਲੇ 'ਚ ਬਣਾ ਗਿਆ, ਸ਼ੁਰੂਆਤ ਕਰ ਗਿਆ, ਨੀਂਹ ਪੱਥਰ ਰੱਖ ਗਿਆ। ਕੇਜਰੀਵਾਲ ਦੀ ਗੱਲ ਠੀਕ ਹੈ ਕਿ ਜਲੰਧਰ ਵਿੱਚੋਂ ਖੇਡਾਂ ਦਾ ਸਮਾਨ ਬਣਦਾ। ਹਿੰਦੁਸਤਾਨ ਦੀ ਕਿਸੇ ਨੁੱਕਰ 'ਚ ਕੋਈ ਖੇਡਾਂ ਹੋਣੀਆਂ ਹੋਣ, ਕਾਮਨਵੈਲਥ ਖੇਡਾਂ ਹੋਣ, ਏਸ਼ੀਅਨ ਹੋਣ, ਉਹ ਸਾਰੀਆਂ ਵਾਸਤੇ ਸਮਾਨ ਇੱਥੋਂ ਜਾਂਦਾ ਤੇ ਇਹਦੇ ਵਾਸਤੇ ਬਿਹਤਰ ਨਹੀਂ ਕਿ ਸਪੋਰਟਸ ਯੂਨੀਵਰਸਿਟੀ ਵੀ ਇੱਥੇ ਬਣ ਜਾਵੇ। ਉਹ ਨਹੀਂ ਬਣਾਈ, ਪਟਿਆਲੇ ਨੂੰ ਦੇ ਦਿੱਤੀ। ਚਲੋ ਪਟਿਆਲੇ 'ਚ ਅੱਗੇ ਇੰਸਟੀਚਿਊਟ ਆਫ ਸਪੋਰਟਸ ਹੈ ਵੀ ਨਾਲ ਉਹਦੇ ਜੋੜ ਦਿਓ। ਹੁਣ ਪਤਾ ਨਹੀਂ ਇਹ ਦੂਸਰੀ ਬਣਾ ਕੇ ਕੀ ਕਰਨਗੇ, ਇੰਨੇ ਬੱਚੇ ਕਿੱਥੋਂ ਲਿਆਉਣਗੇ। ਦੂਸਰਾ ਸਵਾਲ ਆ ਇੰਟਰਨੈਸ਼ਨਲ ਏਅਰਪੋਰਟ ਜਲੰਧਰ 'ਚ ਦੇਣ ਦਾ। ਜੀ, ਇਹ ਬੜੇ ਚਿਰ ਦੀ ਮੰਗ ਸੀ ਤੇ ਅਸੀਂ ਲੋਕਾਂ ਨੇ 1995-96 'ਚ ਚੁੱਕੀ ਸੀ। ਉਦੋਂ ਜਲੰਧਰ ਦੇ ਇੱਕ ਪਾਰਲੀਮੈਂਟ ਮੈਂਬਰ ਨੇ, ਜਿੱਥੇ ਅੱਜ ਕੱਲ੍ਹ ਟੈਕਨੀਕਲ ਯੂਨੀਵਰਸਿਟੀ, ਉੱਥੇ ਜਾ ਕੇ ਇੱਕ ਏਅਰਪੋਰਟ ਦਾ, ਡੋਮੈਸਟਿਕ ਏਅਰਪੋਰਟ ਦਾ ਨੀਂਹ ਪੱਥਰ ਵੀ ਰੱਖਦਾ। ਗੁਜਰਾਲ ਸਾਹਿਬ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਬਣੇ। ਇਹਨਾਂ ਨੇ ਆਖਿਆ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਰੀ ਦੁਨੀਆ 'ਚ ਜਾਣਿਆ ਪਛਾਣਿਆ ਨਾ ਹੈ, ਇੰਟਰਨੈਸ਼ਨਲ ਏਅਰਪੋਰਟ ਉੱਥੇ ਦਿਆਂਗੇ ਜੀ, ਜਲੰਧਰ ਨੂੰ ਡੋਮੈਸਟਿਕ ਦਿਆਂਗੇ। ਇੰਟਰਨੈਸ਼ਨਲ ਦੇਤਾ, ਅਸੀਂ ਖੁਸ਼ ਹਾਂ। ਚਲੋ ਪੰਜਾਬ ਨੂੰ ਮਿਲਿਆ ਤਾਂ ਸਹੀ। ਹੌਲੀ ਹੌਲੀ ਕਰਕੇ ਚੱਲ ਪਿਆ, ਹੁਣ ਰਿੜਨ ਲੱਗ ਪਿਆ, ਚੱਲਣ ਲੱਗ ਪਿਆ। ਡੋਮੈਸਟਿਕ ਅਜੇ ਤੱਕ ਸਾਡਾ ਨਹੀਂ ਚੱਲ ਸਕਿਆ। 2 ਸਾਲ ਪਹਿਲਾਂ ਚੱਲਣਾ ਸ਼ੁਰੂ ਕੀਤਾ, ਚੰਗੀ ਗੱਲ ਹੋਈ। ਉਹਦੇ ਤੋਂ ਬਾਅਦ ਹੁਣ ਉੱਥੇ ਫਲਾਈਟਾਂ ਬੁਰਾ ਹੀ ਹਾਲ ਹੈ, ਕੋਈ ਗੱਲ ਨਹੀਂ ਜੀ। ਹੁਣ ਇਹਦੇ ਤੋਂ ਬਾਅਦ ਇਹ ਕਹਿੰਦੇ ਆ ਕਿ ਅਸੀਂ ਇੰਟਰਨੈਸ਼ਨਲ ਏਅਰਪੋਰਟ ਬਣਾਉਣਾ। ਇਹਦੇ ਦੌਰਾਨ ਚੰਡੀਗੜ੍ਹ ਦਾ ਡੋਮੈਸਟਿਕ ਏਅਰਪੋਰਟ ਪਿਛਲੀ ਸਰਕਾਰ ਵੇਲੇ ਇੰਟਰਨੈਸ਼ਨਲ ਹੋ ਗਿਆ ਤੇ ਚੱਲਣ ਲੱਗ ਪਿਆ। ਅੱਗੋਂ ਕਹਿੰਦੇ ਆ ਹਲਵਾਰੇ ਦਾ ਫੌਜੀ ਜਿਹੜਾ ਹਵਾਈ ਅੱਡਾ ਉਹ ਵੀ ਇੰਟਰਨੈਸ਼ਨਲ ਏਅਰਪੋਰਟ ਬਣਾ ਦੇਣਾ। ਕਿੰਨੇ ਬਣਾਵਾਂਗੇ, ਕਿੱਥੇ ਕਿੱਥੇ ਬਣਾਵਾਂਗੇ? ਪਹਿਲਾਂ ਹੁਣ ਤੱਕ ਇਹ ਹਾਲਤ ਹੈ ਕਿ ਅਸੀਂ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਾਣਾ ਹੋਵੇ ਤੇ 8 ਘੰਟੇ ਲੱਗ ਜਾਂਦੇ ਆ ਜੀ। ਅੱਗੋਂ ਇੱਕ ਐਕਸਪ੍ਰੈਸ ਵੇ ਬਣ ਚੱਲਿਆ, ਜਿਹੜਾ ਦਿੱਲੀ ਦੀ ਰੋਹਤਕ ਰੋਡ ਤੋਂ ਨਿਕਲਣਾ, ਰੋਹਤਕ ਵਿੱਚ ਦੀ ਨਿਕਲ ਕੇ, ਕੈਥਲ ਵਿੱਚ ਦੀ ਨਿਕਲ ਕੇ ਮਲੇਰਕੋਟਲਾ, ਮਲੇਰਕੋਟਲੇ ਤੋਂ ਹਲਵਾਰਾ ਜਿਹੜਾ ਫੌਜੀ ਏਅਰਪੋਰਟ ਆ ਉਹਦੇ ਕੋਲੋਂ ਤੇ ਬੱਦੋਵਾਲ ਦੇ ਕੋਲੋਂ ਆ ਕੇ ਹੰਬਣਾ, ਤੇ ਹੰਬਣਾ ਦੇ ਥੱਲਿਓਂ ਦੀ ਤੇ ਜਿਹੜਾ ਜਲੰਧਰ ਜ਼ਿਲ੍ਹੇ ਦਾ ਤਲਵਣ ਹੈ ਉਹਦੇ ਕੋਲ ਦੀ ਦਰਿਆ ਤੇ ਪੁਲ ਬਣਾ ਕੇ ਲਿਆਉਣਾ, ਤੇ ਨੂਰ ਮਹਿਲ ਦੇ ਥੱਲੇ ਕੱਢ ਕੇ, ਜਲੰਧਰ ਦੇ ਵੀ ਲਹਿੰਦੇ ਪਾਸਿਓਂ ਕੱਢ ਕੇ ਕਰਤਾਰਪੁਰ ਸੁਭਾਨਪੁਰ ਦੇ ਵਿਚਾਲਿਓਂ ਉਹਨੂੰ ਮੁੜ ਕੇ ਭਲੱਥ ਤੋਂ ਗਾਂਹ ਗੁਰਦਾਸਪੁਰ ਨੂੰ ਲੈ ਜਾਣਾ। ਜਦੋਂ ਇਹ 6 ਲੇਨ ਐਕਸਪ੍ਰੈਸ ਵੇ ਬਣ ਗਿਆ, ਅਸੀਂ ਜਿਹੜੇ ਅੱਜ ਦਿੱਲੀ ਏਅਰਪੋਰਟ ਦੇ ਉੱਤੇ 8 ਘੰਟਿਆਂ 'ਚ ਪਹੁੰਚਦੇ ਹਾਂ, ਫਿਰ ਅਸੀਂ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, 8 ਦੇ ਬਜਾਏ 3.5 ਘੰਟਿਆਂ 'ਚ ਪਹੁੰਚਿਆ ਕਰਨਾ ਜੀ। ਬਹੁਤ ਨੇੜੇ ਹੋ ਜਾਣਾ। ਹੁਣ ਤੁਸੀਂ ਜਲੰਧਰ 'ਚ ਇੱਕ ਏਅਰਪੋਰਟ, ਇੰਟਰਨੈਸ਼ਨਲ ਏਅਰਪੋਰਟ ਬਣਾ ਦਿਓ, ਇੱਥੋਂ ਐਕਸਪ੍ਰੈਸ ਵੇ ਤੁਸੀਂ ਅੰਮ੍ਰਿਤਸਰ ਦੇ ਏਅਰਪੋਰਟ ਨਾਲ ਵੀ ਜੋੜਿਆ, 1.5 ਘੰਟਾ ਉੱਧਰ ਹੋਵੇਗਾ। ਇੱਧਰੋਂ ਹਲਵਾਰੇ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ, ਉਹ 1 ਘੰਟਾ ਦੂਰ ਹੋਵੇਗਾ। 2.5 ਘੰਟੇ ਦੂਰ ਅਗਲੇ ਪਾਸੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਹੋਵੇਗਾ। ਇੰਨੇ ਏਅਰਪੋਰਟ ਜਦੋਂ ਹੋ ਗਏ, ਫਿਰ ਕਿਤੇ 1 ਫਲਾਈਟ, ਕਿਤੇ 2 ਫਲਾਈਟਾਂ ਇੰਨੀਆਂ ਕਿੰਨੀਆਂ ਚਲਾ ਲਓਗੇ ਮੈਨੂੰ ਪਤਾ ਨਹੀਂ। ਮਿਲੇ ਜਲੰਧਰ ਨੂੰ, ਮੈਂ ਇਸ ਪੱਖ ਵਿੱਚ ਹਾਂ। ਲੁਧਿਆਣੇ ਵਾਲੇ ਵੀ ਕਹਿਣਗੇ ਨਾ ਹਲਵਾਰੇ ਨੂੰ ਮਿਲੇ, ਤੇ ਅਸੀਂ ਇਸ ਪੱਖ ਵਿੱਚ ਹਾਂ। ਇਹਦੇ ਬਾਰੇ ਕੋਈ ਪਲੈਨਿੰਗ ਨੈਸ਼ਨਲ ਲੈਵਲ 'ਤੇ ਹੋ ਜਾਣੀ ਚਾਹੀਦੀ ਹੈ। ਹੁਣ ਤੱਕ ਇਹ ਹੁੰਦਾ ਪਿਆ ਕਿ ਜਿਹਦੇ ਹੱਥ 'ਚ ਡੋਰ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਸਪੋਰਟਸ ਯੂਨੀਵਰਸਿਟੀ ਪਟਿਆਲੇ, ਤੇ ਕੇਜਰੀਵਾਲ ਹੋਵੇ ਤੇ ਆਖੇ ਜਲੰਧਰ। ਵੈਸੇ ਬਣਨੀ ਜਲੰਧਰ ਚਾਹੀਦੀ ਸੀ ਜੀ, ਪਰ ਪਟਿਆਲੇ ਵਾਲੇ ਕਹਿੰਦੇ ਜੀ ਇੰਨੇ ਚਿਰ ਦਾ ਸਪੋਰਟਸ ਇੰਸਟੀਚਿਊਟ ਤੋਂ ਚੱਲਦਾ, ਜੇ ਯੂਨੀਵਰਸਿਟੀ ਉੱਥੇ ਬਣ ਗਈ ਤੇ ਕੀ ਪਾਪ ਹੋ ਗਿਆ। ਹੁਣ ਇੱਦਾਂ ਜਿਹੜਾ ਹੈਗਾ ਨਾ, ਫਟਾਫਟ ਅੱਗੇ ਕਈ ਚੀਜ਼ਾਂ ਝਟਾਪਟ ਚੱਲੀਆਂ ਨੇ, ਫਟਾਫਟ ਚੱਲੀਆਂ ਨੇ, ਮੁੜ ਕੇ ਚੱਲ ਨਹੀਂ ਸਕੀਆਂ ਜੀ। ਕੋਈ ਵੀ ਇੱਦਾਂ ਦੇ ਐਲਾਨ ਨਹੀਂ ਕਰਨੇ ਚਾਹੀਦੇ ਜਿਹੜੇ ਅੱਜ ਅਸੀਂ ਕਰ ਦਈਏ ਤੇ ਕੱਲ੍ਹ ਅਮਲ ਵਿੱਚ ਲਾਗੂ ਨਾ ਹੋ ਸਕਣ।
ਸਿਆਸੀ ਪਾਰਟੀਆਂ ਨੂੰ ਵੀ ਇਹ ਥੋੜ੍ਹਾ ਬਹੁਤ ਪਲੈਨਿੰਗ ਵਾਲਿਆਂ ਤੋਂ ਪੁੱਛ ਲੈਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਥੇ ਚੱਲ ਸਕਦੀ ਹੈ। ਉਹਨੂੰ ਇਸ ਵੇਲੇ ਸਾਇੰਸ ਸਿਟੀ ਚਲਾਉਣਾ ਵੀ ਇੱਥੇ ਬੜਾ ਔਖਾ ਹੋਇਆ ਪਿਆ। ਮੈਂ ਉਹਨਾਂ ਦੇ ਅਫਸਰਾਂ ਨੂੰ ਜਦੋਂ ਕਦੇ ਮਿਲਦਾ ਤੇ ਹਰ ਵਾਰੀ ਇਹ ਕਹਿੰਦੇ ਆ ਜੀ ਖਰਚੇ ਵਾਸਤੇ ਫੰਡ ਹੀ ਨਹੀਂ ਮਿਲ ਰਹੇ। ਤੇ ਫਿਰ ਇੰਨਾ ਵੱਡਾ ਪੰਜਾਬ ਦੇ ਘਾਟੇ ਦੇ ਵਿੱਚ ਚੱਲਦਾ ਬਜਟ ਹੈ ਤੇ ਉਹਦੇ ਵਿੱਚੋਂ ਇੰਨੀਆਂ ਚੀਜ਼ਾਂ ਆ ਜਾਣਗੀਆਂ। ਆ ਪਿਛਲਿਆਂ ਦਿਨਾਂ ਦੇ ਵਿੱਚ ਬਿਜਲੀ ਫਰੀ, ਫਲਾਣੀ ਚੀਜ਼ ਫਰੀ, ਹਰ ਇੱਕ ਚੀਜ਼ ਫਰੀ ਕਰੀ ਜਾਂਦੇ ਆ। ਜਿੱਥੇ ਜਾਂਦੇ ਫਲਾਣੇ ਨੂੰ ਆਹ ਦੇ ਦਿਓ, ਫਲਾਣੇ ਨੂੰ ਆਹ ਦੇ ਦਿਓ, ਦਿੱਤਾ ਕੁਛ ਨਹੀਂ ਜਾ ਰਿਹਾ। ਅੰਮ੍ਰਿਤਸਰ 'ਚ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬੀਬੀ ਦੇ ਸਿਰ ਤੇ ਹੱਥ ਰੱਖ ਕੇ ਕਹਿਤਾ, ਇਹ ਮੇਰੀ ਭੈਣ ਆ, ਇਹਦੇ ਦੁੱਖ ਮੈਂ ਦੂਰ ਕਰੂੰ। ਉਹ ਭੈਣ ਹੁਣ ਮੀਡੀਆ ਕੋਲ ਰੋਈ ਜਾਂਦੀ ਹੈ, ਮੁੜ ਕੇ ਭਰਾ ਨੇ ਪੁੱਛਿਆ ਨਹੀਂ। ਨੇਤਰਹੀਣ ਵਿਚਾਰੇ ਗਏ, ਮੁੱਖ ਮੰਤਰੀ ਨੇ ਕਿਹਾ ਮੈਂ ਇਹਨਾਂ ਨੂੰ ਅਡਾਪਟ ਕਰ ਲਿਆ। ਉਹ ਉਦੋਂ ਦੇ ਮੁੱਖ ਮੰਤਰੀ ਦੇ ਘਰ ਅੱਗੇ ਮਰਨ ਵਰਤ ਰੱਖ ਕੇ ਬੈਠੇ ਨੇ। ਅੱਜ ਸ਼ਾਇਦ 15-16 ਦਿਨ ਹੋ ਗਏ ਉਹਨਾਂ ਨੂੰ। ਮੁੜ ਕੇ ਉਹਨਾਂ ਦੀ ਸਾਰ ਲੈਣ ਕੋਈ ਨਹੀਂ ਗਿਆ। ਜਦੋਂ ਅਸੀਂ ਪਹਿਲਾਂ ਦਾਅਵੇ ਕਰ ਦਿੰਦੇ ਹਾਂ, ਵਾਅਦੇ ਕਰ ਦਿੰਦੇ ਹਾਂ, ਇਹ ਕਹਿ ਦਿੰਦੇ ਤੇਰੀਆਂ ਜ਼ਿੰਮੇਵਾਰੀਆਂ ਹੁਣ ਸਾਡੇ ਸਿਰ, ਮੁੜ ਕੇ ਲੋਕੀ ਉੱਤੇ ਅਮਲ ਵੀ ਮੰਗਦੇ। ਇਸ ਕਰਕੇ ਮੈਂ ਇਕੱਲੇ ਕੇਜਰੀਵਾਲ ਦੀ ਗੱਲ ਨਹੀਂ ਕਰਦਾ, ਸੁਖਬੀਰ ਸਿੰਘ ਬਾਦਲ ਵੀ ਤੇ ਅੱਜ ਕੱਲ੍ਹ ਰੁੱਗ ਭਰ ਕੇ ਵਾਅਦੇ ਕਰ ਰਿਹਾ ਜੀ, ਭਾਜਪਾ ਵੀ ਕਰ ਰਹੀ ਹੈ ਤੇ ਚੰਨੀ ਸਾਹਿਬ ਵੀ ਕਰ ਰਿਹਾ। ਇਹ ਵਾਅਦਿਆਂ ਦਾ ਮੁਕਾਬਲਾ ਜਿਹੜਾ ਪਤਾ ਨਹੀਂ ਕਿੱਥੋਂ ਤੱਕ ਜਾਵੇਗਾ, ਪੰਜਾਬ ਨੂੰ ਪਹੁੰਚਾਊਗਾ ਕਿੱਥੇ। ਇਹਨਾਂ ਸਾਰੀਆਂ ਧਿਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਗੱਲਾਂ ਉਹ ਕਰੋ ਜਿਹੜੀਆਂ ਤੁਸੀਂ ਕੱਲ੍ਹ ਨੂੰ ਪੂਰੀਆਂ ਕਰ ਸਕੋ। ਜੇ ਪੂਰੀਆਂ ਨਾ ਹੋਈਆਂ ਤੇ ਫਿਰ ਲੋਕ ਪਿੱਟ ਸਿਆਪਾ ਕਰਦੇ ਹੁੰਦੇ ਆ, ਉਹ ਦੌਰ ਨਾ ਆਉਣ ਦਿਓ, ਨਹੀਂ ਤੇ ਜੋ ਹੁਣ ਵਾਲੇ ਭੁਗਤਦੇ ਆ ਫਿਰ ਤੁਸੀਂ ਭੁਗਤੋਗੇ ਜੀ। ਪੰਜ ਸਾਹਿਬ, ਤੁਸੀਂ ਸਿਆਸੀ ਪਾਰਟੀਆਂ ਦਾ ਜ਼ਿਕਰ ਕੀਤਾ ਹੈ। ਕਾਂਗਰਸ ਵੀ ਐਲਾਨ ਕਰ ਰਹੀ ਹੈ, ਆਮ ਆਦਮੀ ਪਾਰਟੀ ਵੀ, ਸ਼੍ਰੋਮਣੀ ਅਕਾਲੀ ਦਲ ਵੀ। ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਚੋਣਾਂ ਜਿੱਤਣ ਲਈ ਕੀ ਐਲਾਨ ਕਰ ਸਕਦੀ ਹੈ ਜਾਂ ਕੀ ਕਰ ਸਕਦੀ ਹੈ? ਭਾਜਪਾ ਦੇ ਬਾਰੇ 'ਚ ਕਈ ਕਨਸੂਆਂ ਨੇ। ਕੱਲ੍ਹ ਕੁਝ ਸਿੱਖ ਸੰਤ ਵੀ ਬਾਕੀਆਂ ਤੋਂ ਚੋਰੀ ਛਿਪੇ ਜਾ ਕੇ ਮਿਲੇ ਆ, ਪਰ ਫੋਟੋ ਆ ਗਈ ਆ ਬਾਹਰ ਜੀ। ਭਾਜਪਾ ਲੀਡਰਾਂ ਨੂੰ ਮਿਲੇ ਆ, ਉੱਥੇ ਕੀ ਅੰਦਰ ਗਿੱਟ-ਮਿੱਟ ਕਰਕੇ ਆਏ ਮੈਨੂੰ ਨਹੀਂ ਪਤਾ। ਥੋੜ੍ਹੀ ਬਹੁਤ ਗੱਲ ਬਾਹਰ ਆਈ ਹੈ। ਇਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਕਿ ਸਾਡੇ ਲਈ ਸੌਖਾ ਹੋਊਗਾ ਤੁਹਾਡੀ ਮਦਦ ਕਰਨਾ। ਇਹ ਇੱਕ ਕਿਸਮ ਦਾ ਹੁੰਗਾਰਾ ਭਰ ਆਏ ਆ, ਪਰ ਆਖਿਆ ਇਹ ਹੈ ਕਿ ਚੋਣਾਂ 'ਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਹੋ ਐਲਾਨ ਕਰ ਦੇਵੇ, 1984 ਬਾਰੇ ਵੀ ਐਲਾਨ ਕਰ ਦੇਵੇ। ਜਿਹੜੇ ਕੈਦੀ ਹੁਣ ਤੱਕ ਜੇਲ੍ਹਾਂ ਵਿੱਚ ਨੇ, ਆਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇੱਕ ਬਿਆਨ ਦਵਾ ਦਿੰਦੇ ਆ ਜੀ ਤੁਸੀਂ ਉਹਨਾਂ ਨੂੰ ਛੱਡ ਦਿਓ, ਸਰਕਾਰ ਬਿਆਨ ਪੜ੍ਹਦੀ ਵੀ ਨਹੀਂ, ਰਹਿ ਜਾਂਦਾ। ਅਕਾਲੀ ਭਾਜਪਾ ਗੱਠਜੋੜ 24 ਸਾਲ ਰਿਹਾ। 24 ਦੇ ਵਿੱਚ 6 ਸਾਲ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਸੀ। ਪਹਿਲਾਂ 1 ਸਾਲ ਸੁਖਬੀਰ ਸਿੰਘ ਬਾਦਲ ਤੇ 5 ਸਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਸੀ। ਇਹ ਸਾਰੇ ਸਮੇਂ 'ਚ ਕਦੇ ਕਿਸੇ ਨੇ ਕੋਈ ਕੈਦੀ ਛਡਾਇਆ ਹੀ ਨਹੀਂ। ਉਹਨੇ ਸੰਤ ਬਾਬੇ ਉਹਨਾਂ ਨੂੰ ਕਿਹਾ ਜੀ ਤੁਸੀਂ ਛੱਡ ਦਿਓ, ਤੁਹਾਨੂੰ ਵੋਟਾਂ ਮਿਲ ਜਾਣਗੀਆਂ ਜੀ। ਇੱਕ ਗੱਲ ਜਿਹੜੀ ਦੱਬੀ ਜ਼ਬਾਨ 'ਚ ਕਹੀ ਜਾ ਰਹੀ ਉਹ ਇਹ ਹੈ ਕਿ ਚਰਚਾ ਕਿ ਚੰਡੀਗੜ੍ਹ ਪੰਜਾਬ ਨੂੰ ਦਬਾ ਦਿਓ। ਇਹ ਮਸਲਾ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲੇ ਨੇ ਪਾਰਲੀਮੈਂਟ 'ਚ ਵੀ ਚੁੱਕਿਆ ਜੀ। ਜਦੋਂ ਤੋਂ ਪੰਜਾਬ ਤੇ ਹਰਿਆਣਾ ਵੱਖ-ਵੱਖ ਹੋਏ ਨੇ, ਚੰਡੀਗੜ੍ਹ ਸਾਂਝੀ ਰਾਜਧਾਨੀ ਬਣਿਆ, ਉਦੋਂ ਤੋਂ ਲੈ ਕੇ ਚੰਡੀਗੜ੍ਹ ਪੁਆੜੇ ਦਾ ਮੁੱਦਾ ਬਣਿਆ ਰਿਹਾ, ਕਿਸੇ ਪਾਸੇ ਲੱਗਾ ਨਹੀਂ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵਿੱਚ ਸਮਝੌਤਾ ਹੋਇਆ, ਜਿਹਨੂੰ ਪੰਜਾਬ ਸਮਝੌਤਾ ਵੀ ਕਹਿੰਦੇ ਆ ਤੇ ਰਾਜੀਵ ਲੌਂਗੋਵਾਲ ਸਮਝੌਤਾ ਵੀ। ਉਹਦੇ 'ਚ ਲਿਖਿਆ ਗਿਆ ਸੀ ਚੰਡੀਗੜ੍ਹ ਪੰਜਾਬ ਨੂੰ ਦੇ ਦਿਆਂਗੇ। ਫੈਸਲਾ ਹੋਇਆ ਸੀ ਕਿ 26 ਜਨਵਰੀ 1986 ਨੂੰ ਦੇ ਦਿੱਤਾ ਜਾਊਗਾ। ਸੰਤ ਲੌਂਗੋਵਾਲ ਦਾ ਕਤਲ ਹੋ ਗਿਆ। ਉਹਦੇ ਬਾਅਦ ਵੋਟਾਂ ਪਈਆਂ ਪੰਜਾਬ 'ਚ, ਪਹਿਲੀ ਵਾਰੀ ਅਕਾਲੀਆਂ ਨੂੰ ਆਪਣੇ ਸਿਰ ਬਹੁਤ ਸੰਮਤੀ ਮਿਲੀ ਤੇ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ। ਫਿਰ ਇਹ ਗੱਲ ਚੱਲ ਪਈ ਕਿ ਚੰਡੀਗੜ੍ਹ ਦੇਣਾ ਪੰਜਾਬ ਨੂੰ। ਉਹਦੇ ਵਾਸਤੇ ਰੇੜਕਾ ਪੈ ਗਿਆ, ਫਾਜ਼ਿਲਕਾ ਅਬੋਹਰ ਦੇ ਦਿਓ ਹਰਿਆਣੇ ਨੂੰ। ਉੱਥੇ ਸਵਾਲ ਆ ਗਿਆ ਕਿ ਜੇ ਫਾਜ਼ਿਲਕਾ ਅਬੋਹਰ ਉਹਦੇ ਨਾਲ ਜੁੜਦਾ ਹੀ ਨਾ ਹੋਵੇ ਭਾਸ਼ਾ ਦੇ ਸਵਾਲ 'ਤੇ, ਵਿਚਾਲੇ ਪਿੰਡ ਆਉਂਦੇ ਜਿਹੜੇ ਪੰਜਾਬੀ ਬੋਲਦੇ, ਇੱਕ ਪਿੰਡ ਕੰਦੂ ਖੇੜਾ ਆਉਂਦਾ ਸੀ, ਉਹਦਾ ਉਚੇਚਾ ਸਰਵੇ ਕਰਾਇਆ ਗਿਆ ਕਮਿਸ਼ਨ ਲਾ ਕੇ। ਉਹ ਕਮਿਸ਼ਨ ਜਿਹੜਾ ਸੀ ਉਹਦੀ ਰਿਪੋਰਟ ਵੀ ਵਿੱਚ ਵਿਚਾਲੇ ਰਹਿ ਗਈ। ਜਿਨ੍ਹਾਂ ਨੇ ਸਾਰਾ ਕੁਝ ਫੈਸਲਾ ਦੇਣਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ ਜਾਂ ਨਾ ਦਿਓ, ਉਹਨਾਂ 24 ਜਨਵਰੀ ਨੂੰ ਹੱਥ ਖੜੇ ਕਰਤੇ ਤੇ 25 ਨੂੰ
ਇੱਕ ਕਮਿਸ਼ਨ ਇਹੋ ਜਿਹਾ ਬਣਾਇਆ ਗਿਆ ਜਿਹਨੂੰ ਆਖਿਆ ਗਿਆ 24 ਘੰਟਿਆਂ 'ਚ ਫੈਸਲਾ ਦੇ, 24 ਜਨਵਰੀ ਨੂੰ 24 ਘੰਟਿਆਂ 'ਚ ਕਦੇ ਕੋਈ ਕਮਿਸ਼ਨ ਫੈਸਲਾ ਦੇ ਸਕਦਾ। ਇੱਧਰੋਂ ਦੋਵੇਂ ਵਿਧਾਨ ਸਭਾਵਾਂ, ਪੰਜਾਬ ਦੀ ਵੀ ਤੇ ਹਰਿਆਣੇ ਦੀ ਵੀ, ਦੋਵਾਂ ਦੇ ਵਿਧਾਨ ਸਭਾਵਾਂ ਦੇ ਸੈਸ਼ਨ ਸੱਦ ਲਏ ਕਿ 25 ਤਰੀਕ ਰਾਤ ਨੂੰ ਦੋਵੇਂ ਵਿਧਾਨ ਸਭਾਵਾਂ ਬੈਠਣਗੀਆਂ, ਚੰਡੀਗੜ੍ਹ ਪੰਜਾਬ ਨੂੰ ਹੈਂਡਓਵਰ ਕਰਨ ਦਾ ਮਤਾ ਪਾਸ ਕਰਨਗੀਆਂ। ਕਾਰਡ ਛਪਵਾ ਦਿੱਤੇ ਕਿ 26 ਜਨਵਰੀ ਦੀ ਪਰੇਡ ਜਿਹੜੀ ਆ ਉਹਦੀ ਸਲਾਮੀ ਲੈਣ ਵਾਸਤੇ ਪੰਜਾਬ ਦੇ ਗਵਰਨਰ ਸਾਹਿਬ ਜਾਣਗੇ, ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਪ੍ਰਧਾਨਗੀ ਕਰਨਗੇ। 25 ਤਰੀਕ ਰਾਤ ਨੂੰ ਇਹ ਹੋ ਗਿਆ ਵੀ ਨਹੀਂ ਜੀ, ਗੱਲ ਸਿਰੇ ਨਹੀਂ ਚੜ੍ਹਦੀ। ਉਹ ਕਾਰਡ ਛਪੇ ਛਪਾਏ ਰਹਿ ਗਏ, ਪਾੜਨੇ ਪੈ ਗਏ, ਚੰਡੀਗੜ੍ਹ ਨਹੀਂ ਸੀ ਪੰਜਾਬ ਨੂੰ ਮਿਲਿਆ। ਉਦੋਂ ਬਾਅਦ ਕਈ ਵਾਰ ਗੱਲ ਚੱਲੀ, ਕਈ ਵਾਰੀ ਨਹੀਂ, ਫਿਰ ਟੁੱਟੀ ਹੈ। ਹੁਣ ਫਿਰ ਇੱਕ ਦੱਬੀ ਜ਼ਬਾਨ ਨਾਲ ਚਰਚਾ ਹੈਗੀ ਹੈ ਕਿ ਕੁਝ ਲੋਕ ਜਾ ਕੇ ਦਿੱਲੀ 'ਚ ਚਾਬੀ ਭਰ ਕੇ ਆਏ ਆ ਜੀ, ਜੇ ਪੰਜਾਬ 'ਚੋਂ ਵੋਟਾਂ ਲੈਣੀਆਂ ਤੇ ਤੁਸੀਂ ਚੰਡੀਗੜ੍ਹ ਦੇਣ ਦਾ ਐਲਾਨ ਕਰ ਦਿਓ। ਉਹ ਵੀ ਸੱਚੇ ਆ, ਉਹਨਾਂ ਇਹ ਤਾਂ ਨਹੀਂ ਆਖਿਆ ਕਿ ਦੇ ਹੀ ਦਿਓ ਜੀ, ਇਹੋ ਹੀ ਆਖਿਆ ਐਲਾਨ ਕਰ ਦਿਓ। ਐਲਾਨ ਤੇ ਅੱਗੇ ਵੀ ਬਹੁਤ ਕੀਤੇ ਆ ਚਾਚੇ ਚੰਡੀਗੜ੍ਹੀਏ ਦੇ ਐਲਾਨ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਆ। ਉਹ ਵਿਅੰਗ ਲੇਖਕ ਸੀ। 1980 ਦੇ ਵਿੱਚ ਹਾਕੀ ਟੀਮ ਦੀ ਜਿਹੜੀ ਜਿੱਤ ਹੋਈ ਸੀ ਮਾਸਕੋ 'ਚ, ਕਿਉਂਕਿ ਬਾਕੀ ਦੁਨੀਆ ਵਾਲੇ ਬਾਈਕਾਟ ਕਰ ਗਏ ਸੀ, ਉਸ ਤੋਂ ਬਾਅਦ ਉਹਨੇ ਲੇਖ ਲਿਖਿਆ ਸੀ, ਕਹਿੰਦਾ ਸਾਰੇ ਸ਼ਾਬਾਸ਼ ਦੇਈ ਜਾਂਦੇ ਸੀ, ਮੈਂ ਵੀ ਕਹਿਤਾ ਸਾਰੇ ਖਿਡਾਰੀਆਂ ਨੂੰ ਲੱਖ ਲੱਖ ਰੁਪਈਆ ਦਊਂਗਾ। 1980 'ਚ ਲੱਖ ਬਹੁਤ ਵੱਡਾ ਹੁੰਦਾ ਸੀ, ਹੁਣ ਤੇ 10 ਕਰੋੜ ਬਰਾਬਰ ਹੋ ਜਾਣਾ। ਉਹ ਕਹਿੰਦਾ ਸਾਰੇ ਖਿਡਾਰੀ ਇਕੱਠੇ ਹੋ ਕੇ, ਇਹ ਵਿਅੰਗ ਆ, ਸੱਚੀ ਮੁੱਚੀ ਨਹੀਂ ਖਿਡਾਰੀ ਗਏ, ਕਹਿੰਦਾ ਸਾਰੇ ਖਿਡਾਰੀ ਵਾਪਸੀ ਦੇ ਮੇਰੇ ਘਰ ਆ ਗਏ, ਚਾਹ ਪਾਣੀ ਪਿਆ, ਮੁੜ ਕੇ ਕਹਿੰਦੇ ਚਾਚਾ ਜੀ ਲੱਖ ਲੱਖ ਰੁਪਈਏ। ਮੈਂ ਕਿਹਾ ਕਾਕਾ ਤੁਸੀਂ ਤੇ ਬਹੁਤੇ ਕਾਲੇ ਜਾਪਦੇ ਆ, ਅਜੇ ਤੇ ਮੈਂ ਉਹਨਾਂ ਨੂੰ ਦਿੱਤੇ ਜਿਨ੍ਹਾਂ ਨੂੰ ਮੈਂ 1960 'ਚ ਐਲਾਨ ਕੀਤਾ ਸੀ, ਤੁਹਾਡੀ ਵਾਰੀ ਤੇ 20 ਸਾਲ ਬਾਅਦ ਆਉਣੀ ਹੈ। ਹੁਣ ਜਿਹੜੇ ਜਾ ਕੇ ਮਿਲ ਕੇ ਆਏ ਉੱਪਰਲੀ ਲੀਡਰਸ਼ਿਪ ਨੂੰ, ਉਹ ਇਹੋ ਹੀ ਕਹਿ ਕੇ ਆਏ ਐਲਾਨ ਕਰ ਦਿਓ, ਦਵਾ ਦੇਣਗੇ ਕਿ ਨਹੀਂ ਮੈਨੂੰ ਪਤਾ ਨਹੀਂ, ਪਰ ਇਹ ਚਰਚਾ ਚੱਲਦੀ ਪਈ ਆ ਕਿ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਇਹੋ ਜਿਹਾ ਕੋਈ ਐਲਾਨ ਕੀਤਾ ਕਰਵਾਇਆ ਜਾ ਸਕਦਾ, ਕੁਝ ਨਾ ਕੁਝ ਜੇ ਸੱਚਮੁੱਚ ਹੀ ਹੋ ਜੇ ਪੰਜਾਬ ਨੂੰ ਕੁਝ ਮਿਲ ਜਾਵੇ ਤੇ ਜਿਹੜਾ ਦਵਾਊਗਾ ਉਹਦੇ ਮੂੰਹ 'ਚ ਖੰਡ ਮਿਸ਼ਰੀ, ਪਰ ਹੋਣਾ ਨਹੀਂ ਲੱਗਦਾ ਜੀ। ਪਰ ਸਾਹਿਬ, ਨਸ਼ਿਆਂ ਦੇ ਮਾਮਲੇ ਤੇ ਐਸਟੀਐਫ ਦੀ ਰਿਪੋਰਟ ਕਾਫੀ ਚਰਚਾ ਵਿੱਚ ਹੈ। ਚੰਨੀ ਸਰਕਾਰ ਕਹਿੰਦੀ ਅਸੀਂ ਕੁਝ ਕੁ ਦਿਨ ਦੇ ਵਿੱਚ ਸਾਹਮਣੇ ਲਿਆ ਕੇ ਰੱਖ ਦੇਣਾ। ਇੱਕ ਅਫਸਰ ਬਿਮਾਰ ਹੈ ਤੇ ਦੂਸਰੇ ਨੇ ਨਾਮ ਪਿੱਛੇ ਵਾਪਸ ਲੈ, ਕਹਿੰਦਾ ਮੈਂ ਜਾਂਚ ਨਹੀਂ ਕਰਨੀ। ਹਾਲਾਂਕਿ ਤੁਸੀਂ ਵੀ ਉਦੋਂ ਬਹੁਤ ਡਿਟੇਲ ਵਿੱਚ ਦੱਸਿਆ ਸੀ। ਇਹ ਕੀ ਕਾਰਨ ਹੈ? ਅਗਲਾ ਬੰਦਾ ਤਕੜਾ ਲੱਗਦਾ ਹੈ, ਸਰਕਾਰ ਕਮਜ਼ੋਰ ਲੱਗਦੀ, ਜਾਂ ਫਿਰ ਉਹ ਕਰਨਾ ਹੀ ਕੁਝ ਨਹੀਂ ਚਾਹੁੰਦੇ? 2 ਦਿਨ ਪਹਿਲਾਂ ਜਦੋਂ ਇਹ ਖਬਰ ਆਈ ਸੀ ਕਿ ਐਡੀਸ਼ਨਲ ਡੀਜੀਪੀ SK ਅਸਥਾਨਾ ਜੀ ਚਿੱਠੀ ਭੇਜ ਕੇ ਤੇ ਆਪ ਬਿਮਾਰ ਹੋ ਗਿਆ ਤੇ ਹਸਪਤਾਲ ਜਾ ਪਿਆ, ਉਸ ਦਿਨ ਮੈਂ ਇਕੱਲੇ ਨੇ ਪ੍ਰੋਗਰਾਮ ਕੀਤਾ ਸੀ, ਤੁਹਾਡੇ ਤੋਂ ਮਾਫੀ ਮੰਗ ਲਈ ਸੀ। ਮੈਂ ਉਹਦੇ 'ਚ ਕਹਿ ਦਿੱਤਾ ਸੀ ਕਿ ਕੋਈ ਵੀ ਇਸ ਵੇਲੇ ਕੰਮ ਕਰਨ ਨੂੰ ਤਿਆਰ ਨਹੀਂ। ਸਾਰੇ ਅਫਸਰਾਂ ਨੂੰ ਇਹ ਸਮਝ ਲੱਗ ਗਈ ਆ ਕਿ ਜਦੋਂ ਰੇਡਰ ਲਾਈਨ ਤੇ ਚਲਾ ਗਿਆ ਹੋਵੇ, ਕੋਈ ਉਹ ਜਾਫੀ ਜਾ ਕੇ ਉਹਦੇ ਗਿੱਟੇ ਨੂੰ ਹੱਥ ਨਹੀਂ ਪਾਉਂਦਾ ਕਿ ਜੇ ਇਹਨੇ ਮਾੜਾ ਮੋਟਾ ਗਿੱਟਾ ਲਾਇਆ ਤੇ ਐਵੇਂ ਮੂੰਹ ਤੇ ਨਾ ਵੱਜਦਾ ਹੋਵੇ। ਇਸ ਵੇਲੇ ਦਿਨ ਤਾਂ 10 ਰਹਿ ਗਏ, ਚੋਣ ਜਾਬਤਾ ਲੱਗਾ ਪਿਆ। ਸੁਖਬੀਰ ਸਿੰਘ ਬਾਦਲ ਦੀਆਂ ਤਕਰੀਰਾਂ ਪੜ੍ਹੋ, ਉਹਨੇ ਕੱਲ੍ਹ ਆਖਿਆ ਸੀ 360 ਘੰਟੇ ਰਹਿ ਗਏ, ਅੱਜ ਉਹਨੇ ਕਹਿ ਦਿੱਤਾ 336 ਘੰਟੇ ਰਹਿ ਗਏ। ਉਹ ਰੋਜ਼ ਦੇ 24 ਘੰਟੇ ਘਟਾਈ ਜਾ ਰਿਹਾ। ਉਹਨੂੰ ਪਤਾ ਨਹੀਂ ਕਿਹਨੇ ਦੱਸਤਾ ਕਿ 30 ਤਰੀਕ ਨੂੰ ਜਾ ਕੇ ਚੋਣ ਜਾਬਤਾ ਲੱਗਣਾ। ਇਹ ਉਹ ਤੋਂ ਪਹਿਲਾਂ ਵੀ ਲੱਗ ਸਕਦਾ, ਤੇ ਜੇ 30 ਨੂੰ ਲੱਗਾ ਤੇ ਫਿਰ ਲੋਕੀ ਗੱਲਾਂ ਕਰਨਗੇ ਕਿ ਸੁਖਬੀਰ ਸਿੰਘ ਦੀ ਤੇ ਚੋਣ ਕਮਿਸ਼ਨ ਦੀ ਇੱਕੋ ਗੱਲ ਆ। ਹੁਣ ਮੈਨੂੰ ਨਹੀਂ ਪਤਾ ਕੀ ਹੁੰਦਾ ਕੀ ਨਹੀਂ, ਪਰ ਉਹ ਘੰਟੇ ਗਿਣ ਦੱਸੀ ਜਾ ਰਿਹਾ। ਜਦੋਂ ਅਗਲੇ ਘੰਟੇ ਗਿਣਦਾ ਹੁਣ ਤੇ ਪੰਜਾਬ ਦੀ ਪੁਲਿਸ ਦਾ ਕਿਹੜਾ ਅਫਸਰ ਆ ਜਿਹੜਾ ਇਸ ਵੇਲੇ ਆ ਜਿਹੜੀ ਸਰਕਾਰ ਇਸ ਵੇਲੇ ਨਦੀ ਕਿਨਾਰੇ ਰੁਖੜਾ ਹੈ, ਪਤਾ ਹੀ ਨਹੀਂ ਇਹ ਕਿੰਨੇ ਦਿਨ ਚੱਲਣੀ ਕਿ ਨਹੀਂ ਚੱਲਣੀ। ਉਸ ਸਰਕਾਰ ਦੇ ਕਹਿਣ ਤੇ ਇਹੋ ਜਿਹਾ ਰਿਸਕ ਵਾਲਾ ਕੰਮ ਕਿਸੇ ਪੁਲਿਸ ਅਫਸਰ ਨੇ ਕਰਨਾ ਨਹੀਂ। ਚਰਚਾ ਚੱਲੀ ਸੀ ਗੌਤਮ ਚੀਮਾ ਕਰ ਦੇਗਾ, ਅੱਜ ਹੁਣ ਖਬਰ ਆ ਗਈ ਹੈ ਗੌਤਮ ਚੀਮੇ ਨੇ ਵੀ ਕਹਿ ਦਿੱਤਾ ਜੀ ਹੋਰ ਜੋ ਕਰਾਉਣਾ ਕਰਾ ਲਓ, ਮੈਂ ਇਹ ਕੰਮ ਨਹੀਂ ਕਰ ਸਕਦਾ। ਉਹਨੇ ਆਖਿਆ ਕਿ ਨਹੀਂ ਆਖਿਆ ਮੈਨੂੰ ਪਤਾ ਨਹੀਂ, ਪਰ ਅਖਬਾਰਾਂ 'ਚ ਰਿਪੋਰਟ ਆ ਗਈ ਹੈ। ਭਲਕ ਨੂੰ ਗੌਤਮ ਚੀਮਿਆਂ ਦੇ ਬਜਾਏ ਕੋਈ ਹੋਰ ਚੀਮਾ ਲੈ ਆਓ, ਜਿਹੜਾ ਮਰਜ਼ੀ ਲੈ ਆਓ। ਜਿਹੜੇ ਪੜਾਅ ਦੇ ਉੱਤੇ ਗੱਲ ਪਹੁੰਚ ਗਈ ਆ, ਉੱਥੇ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪੁਲਿਸ ਅਫਸਰ ਇਸ ਮੌਕੇ ਬਦੋ-ਬਦੀ ਜਿਹੜੀ ਬਾਰਡਰ ਵਾਲੀ ਲਕੀਰ ਆ ਉਸ ਥਾਂ ਤੇ ਪਹੁੰਚੇ ਹੋਏ ਰੇਡਰ ਦਾ ਗਿੱਟਾ ਫੜਨ ਦੀ ਗਲਤੀ ਕਰੂਗਾ। ਸਾਰਿਆਂ ਨੇ ਆਖਣਾ ਜੀ ਤੁਸੀਂ ਜਿੱਥੇ ਮੇਰੀ ਪੋਸਟਿੰਗ ਕਰਨੀ ਕਰ ਦਿਓ, ਜੇ ਤੁਹਾਨੂੰ ਲੱਗਦਾ ਮੈਂ ਬੜੀ ਮਲਾਈ ਵਾਲੀ ਕੁਰਸੀ ਤੇ ਬੈਠਾ ਤੇ ਮੈਨੂੰ ਉਠਾ ਦਿਓ, ਜਿਹੜਾ ਮੇਰੇ ਥਾਂ ਤੇ ਆਉਣ ਨੂੰ ਤਿਆਰ ਉਹਨੂੰ ਲੈ ਆਓ ਤੇ ਤੁਹਾਡਾ ਕੰਮ ਕਰ ਦੇਵੇ। ਜਦੋਂ ਮੌਕਾ ਸੀ, ਇਹ ਹੁਣ ਵਾਲੇ ਸਾਰੇ ਕਾਂਗਰਸੀ ਉਦੋਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ।
ਇਹਨਾਂ ਨੇ ਆਪਣੇ ਕਪਤਾਨ ਨੂੰ ਇਹ ਪੁੱਛਿਆ ਕਿਉਂ ਨਾ ਕਿ ਕਾਹਦੀ ਕਪਤਾਨੀ ਕਰਦਾ। ਜੀ ਉਦੋਂ ਇਹਨਾਂ ਨੇ ਕੀਤਾ ਨਹੀਂ। ਕੀਤਾ ਉਦੋਂ ਜਾ ਕੇ ਜਦੋਂ ਬਿਲਕੁਲ 4 ਮਹੀਨੇ ਰਹਿ ਗਏ, 5 ਮਹੀਨੇ ਰਹਿ ਗਏ, ਤੇ ਇਹਨਾਂ ਨੇ ਝਟਾਪਟ ਉਹਨੂੰ ਬਦਲਤਾ। ਜਿਹੜੇ ਮੰਤਰੀ ਇਸ ਵੇਲੇ ਬਣੇ ਆ, ਜਿਨ੍ਹਾਂ ਨੇ ਜ਼ਿੰਮੇਵਾਰੀਆਂ ਸਾਂਭੀਆਂ, ਉਹਨਾਂ 'ਚੋਂ ਕੋਈ ਨਹੀਂ ਪੁੱਛਦਾ ਕਿ ਲੋਕਲ ਬਾਡੀਜ਼ ਵਾਲਾ ਮੰਤਰੀ ਕੁਝ ਕਰਦਾ ਕਿ ਸਿਰਫ ਕਮਾਈ ਕਰਦਾ। ਕੋਈ ਕਿਸੇ ਨੂੰ ਪਤਾ ਹੀ ਨਹੀਂ। ਸਾਨੂੰ ਕੀ ਪਤਾ ਕੀ ਹੋ ਰਿਹਾ ਉੱਥੇ, ਲੋਕ ਚਰਚਾ ਹੀ ਕਰਨਗੇ ਨਾ। ਕਿਸੇ ਨੂੰ ਨਹੀਂ ਪਤਾ ਕਿ PWD ਵਾਲਾ ਕੀ ਕਰਦਾ, ਕਿਸੇ ਨੂੰ ਨਹੀਂ ਪਤਾ ਸਕੂਲਾਂ 'ਚ ਕੀ ਹੋ ਰਿਹਾ, ਕਿਸੇ ਨੂੰ ਨਹੀਂ ਪਤਾ ਕਿ ਇਸ ਵੇਲੇ ਬਿਜਲੀ ਮਹਿਕਮਾ ਕੀ ਕਰਦਾ ਤੇ ਬਾਕੀ ਮਹਿਕਮੇ ਕੀ ਕਰਦੇ ਪਏ। ਆ ਸੜਕਾਂ ਬਣਦੀਆਂ ਪਈਆਂ ਸਾਰੇ ਪੰਜਾਬ 'ਚ, ਅਸੀਂ ਵੇਖਦੇ ਹਾਂ। ਸੜਕਾਂ ਬਣਾਉਣ ਦੇ ਨਾਂ 'ਤੇ ਸੜਕਾਂ ਦਾ ਮੇਕਅਪ ਕੀਤਾ ਜਾ ਰਿਹਾ। ਜਿਹੜਾ ਮਾਰਚ ਤੱਕ ਔਖਾ ਸੌਖਾ ਗੁਜ਼ਾਰਾ ਕਰਦੇ ਤੇ ਅਪ੍ਰੈਲ ਦੀ ਲੋੜ ਕੋਈ ਨਹੀਂ, ਅਪ੍ਰੈਲ 'ਚ ਮੁੜ ਕੇ ਅਪ੍ਰੈਲ ਫੂਲ ਬਣਾ ਦਿਆਂਗੇ ਪੰਜਾਬੀਆਂ ਦਾ। ਕੋਈ ਪੁੱਛਣ ਵਾਲਾ ਹੀ ਹੈ ਨਹੀਂ ਜੀ। ਇੱਕ ਚੀਜ਼ ਦਿਖਦੀ ਹੈ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦਾ ਇੱਕ ਮੰਤਰੀ ਇਹੋ ਜਿਹਾ ਦੱਸ ਦਿਓ ਜਿਹਦੇ ਘਰ ਅੱਗੇ ਇਸ ਵੇਲੇ ਪਿੱਟ ਸਿਆਪਾ ਨਹੀਂ ਹੁੰਦਾ, ਜਿਹਦੇ ਗਿਆ ਤੋਂ ਲੋਕ ਮੁਜ਼ਾਹਰਾ ਨਹੀਂ ਕਰਦੇ। ਇਹਨਾਂ ਸਾਰਿਆਂ ਦੇ ਘਰੀ ਮੁਜ਼ਾਹਰੇ ਹੋਣ ਡੇ ਨੇ, ਜਿੱਥੇ ਜਾਂਦੇ ਲੋਕੀ ਰਸਤਾ ਘੇਰ ਕੇ ਖਲੋਂਦੇ ਪਏ ਨੇ। ਉਹ ਫਿਰ ਜੇ ਇਹੋ ਹੀ ਹਾਲਤ ਹੋਣੀ ਸੀ ਤੇ ਆ 4-6 ਮਹੀਨਿਆਂ ਦੀ ਇਹ ਖੇਡ ਆਉਣ ਦਾ ਫਾਇਦਾ ਹੀ ਕੀ। ਫਿਰ ਉਹ ਬੈਠਾ ਰਹਿਣ ਦਿੰਦੇ। ਹੁਣ ਐਸ ਪੜਾਅ 'ਤੇ ਆ ਕੇ ਨਾ ਇਹਨਾਂ ਤੋਂ ਕੁਝ ਹੋਣਾ, ਨਾ ਇਹਨਾਂ ਨੂੰ ਕੱਚੇ ਹੱਥ ਪਾਉਣੇ ਚਾਹੀਦੇ ਆ। ਉਹਦੇ ਨਾਲ ਬਿਹਤਰ ਇਹ ਆ ਕਿ ਹੁਣ ਰੱਬ 'ਤੇ ਡੋਰੀਆਂ ਸੁੱਟ ਕੇ ਤੇ ਆਪੋ ਆਪਣੇ ਹਲਕੇ ਜਾ ਕੇ ਅਗਲੀ ਚੋਣ ਦੀਆਂ ਤਿਆਰੀਆਂ ਕਰਨ। ਇਹ ਮਿਨਿਸਟਰੀ ਕਦੇ ਕਦੇ ਮੀਟਿੰਗ ਕਰਨ ਵਾਸਤੇ ਚੰਡੀਗੜ੍ਹ ਚਲ ਜਾਇਆ ਕਰਨ, ਇਹਦੋਂ ਵੱਧ ਕੁਛ ਨਹੀਂ ਇਹ ਕਰਨ ਜੋਗੇ। ਪਰ ਸਾਹਿਬ ਚੰਡੀਗੜ੍ਹ ਦੀ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ, ਗੱਲ ਉਹਦੀ ਵੀ ਕਰ ਲੈਂਦੇ ਆ। ਚੋਣ ਕਮੇਟੀਆਂ ਬਣੀਆਂ, ਪ੍ਰਚਾਰ ਕਮੇਟੀ ਬਣੀ ਹੈ, ਪਤਾ ਨਹੀਂ ਆਪਸ ਵਿੱਚ ਕਿੰਨੇ ਕੁ ਰਿਸ਼ਤੇ ਸਹੀ ਹੈ। ਪਰ ਕੱਲ ਪੰਜਾਬ ਕਾਂਗਰਸ ਦੀ ਜਿਹੜੀ ਮੀਟਿੰਗ ਹੋਈ ਹੈ, ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੈ, ਸੁਨੀਲ ਜਾਖੜ ਵੀ ਸੀਗੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ। ਇਹ ਕੀ ਨਿਕਲਿਆ ਇਸ ਮੀਟਿੰਗ ਦੇ ਵਿੱਚੋਂ, ਕੀ ਫੈਸਲੇ ਲਏ ਗਏ? ਮੀਟਿੰਗ ਠੀਕ ਆ, ਹੋ ਗਈ। ਉਹਦੇ 'ਚ ਜਿਹੜੇ ਉੱਦਾਂ ਇੱਕ ਦੂਸਰੇ ਨੂੰ ਮਿਲਣ ਨੂੰ ਤਿਆਰ ਨਹੀਂ, ਇਸੇ ਬਹਾਨੇ ਇਕੱਠੇ ਹੋ ਕੇ ਬਹਿ ਗਏ। ਅਜੇ ਪਰਸੋਂ ਖਬਰ ਆਈ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਜਾਣਾ। ਇੱਕ ਮੰਤਰੀ ਨੂੰ ਪਹਿਲਾਂ ਉਹਦੇ ਘਰ ਭੇਜਿਆ ਕਿ ਸੁਨੀਲ ਜਾਖੜ ਹੋਰਾਂ ਨੂੰ ਕਹੋ ਕਿ ਮੈਂ ਆ ਰਿਹਾ ਤੇ ਪਲੀਜ਼ 2 ਮਿੰਟ ਮੈਨੂੰ ਦੇ ਦੇਣ, ਤੇ ਉਹਨੇ ਅੱਗੋਂ ਸੁਨੇਹਾ ਘੱਲਤਾ ਕਿ ਇਹਨੂੰ ਆਖੋ ਮੇਰੇ ਘਰ ਨਾ ਆਵੇ। ਇਹ ਅਖਬਾਰਾਂ 'ਚ ਖਬਰ ਆ ਚੁੱਕੀ ਹੈ ਔਰ ਇਹਦਾ ਸਰਕਾਰ ਨੇ ਜਾਂ ਸੁਨੀਲ ਜਾਖੜ ਨੇ ਦੋਵਾਂ 'ਚੋਂ ਕਿਸੇ ਨੇ ਖੰਡਨ ਨਹੀਂ ਕੀਤਾ। ਇਹਦਾ ਮਤਲਬ ਗੱਲ ਸੱਚੀ ਹੈ ਜੀ। ਕੱਲ੍ਹ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ, ਜਿਹੜੇ ਉੱਦਾਂ ਇੱਕ ਦੂਸਰੇ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਨੂੰ ਤਿਆਰ ਨਹੀਂ, ਇਕੱਠੇ ਬਹਿ ਗਏ। ਜੀ। ਮੀਟਿੰਗ ਹੋ ਗਈ, ਪਰ ਮੀਟਿੰਗ ਉਹ ਜਸਪਾਲ ਭੱਟੀ ਦੀ ਉਲਟੇ ਪੁਲਟੇ ਵਰਗੀ ਆ। ਉਲਟਾ ਪੁਲਟਾ ਜਸਪਾਲ ਭੱਟੀ ਹੋਰੀ ਬਾਹਰ ਆਏ ਤੇ ਪੁੱਛਿਆ ਸੀ ਪੱਤਰਕਾਰਾਂ ਨੇ ਕਿੱਦਾਂ ਦੀ ਰਹੀ ਮੀਟਿੰਗ, ਤੇ ਜਸਪਾਲ ਭੱਟੀ ਕਹਿੰਦਾ ਬਹੁਤ ਕਾਮਯਾਬ। ਕਹਿੰਦੇ ਕੀ ਕੁਝ ਤੈਅ ਕੀਤਾ? ਕਹਿੰਦਾ ਅੱਜ ਹੀ ਤੈਅ ਕਰ ਲਿਆ ਕਿ ਅਗਲੀ ਵਾਰੀ ਮੀਟਿੰਗ ਕਦੋਂ ਕਰਨੀ ਹੈ। ਇਹਨਾਂ ਨੇ ਕੱਲ੍ਹ ਮੀਟਿੰਗ ਕੀਤੀ ਸੀ, ਬੁੱਧਵਾਰ ਤੇ ਤੈਅ ਕਰ ਲਿਆ ਸੀ, ਭਲਕੇ ਵੀਰਵਾਰ ਫਿਰ ਕਰ ਲਾਂਗੇ ਜੀ। ਇਹਦੋਂ ਬਾਅਦ ਕੁਛ ਨਹੀਂ ਰਹਿ ਗਈ। ਗੱਲ ਪ੍ਰਚਾਰ ਦੀ। ਪ੍ਰਚਾਰ ਦੀ ਕੋਈ ਸੁਰ ਸੇਧ ਹੈ ਕਿੱਥੇ ਆ? ਨਵਜੋਤ ਸਿੰਘ ਸਿੱਧੂ ਅੱਜ ਵੀ ਮੈਂ ਉਹਦਾ ਭਾਸ਼ਣ ਸੁਣਦਾ ਹਟਿਆ। ਉਹਨੇ ਕਿਤੇ ਜਾ ਕੇ ਆਖਿਆ ਨੱਕ ਤੇ ਮੱਛਰ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਜੀਜਾ ਸਾਲਾ ਤੇ ਹਰ ਘਰ 'ਚ। ਨਵਜੋਤ ਸਿੰਘ ਸਿੱਧੂ ਦੇ ਨਾਂ ਹੋਵੇ, ਤੁਹਾਡੇ ਪੰਜਾਬ ਦੇ ਅੱਧੇ ਤੋਂ ਜ਼ਿਆਦਾ ਮੰਤਰੀਆਂ ਦੇ ਘਰਾਂ ਵਿੱਚ ਵੀ ਜੀਜਾ ਸਾਲਾ ਨੇ। ਜਦੋਂ ਤੁਸੀਂ ਇੱਕ ਪਰਿਵਾਰ ਨੂੰ ਕਹਿਣ ਡਏ ਜੀਜਾ ਸਾਲਾ, ਜੀਜਾ ਸਾਲਾ, ਜੀਜਾ ਸਾਲਾ, ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਹਾਡੇ ਆਪਣਿਆਂ ਦੇ ਉੱਤੇ ਵੀ ਜਾ ਕੇ ਚੋਟ ਪੈਂਦੀ ਪਈ ਆ। ਤਕਰੀਰ ਤੁਹਾਡੇ ਵਾਲੇ ਸਿੱਧੂ ਦੀ ਹੁੰਦੀ ਆ, ਕੀਤੀ ਅਕਾਲੀਆਂ ਬਾਰੇ ਹੁੰਦੀ ਆ। ਉਹਦੀਆਂ ਜਿਹੜੀਆਂ ਕੈਸਟਾਂ ਨੇ ਉਹ ਜਾ ਕੇ ਕਾਂਗਰਸੀ ਮੰਤਰੀਆਂ ਦੇ ਦਰਵਾਜ਼ੇ ਅੱਗੇ ਵੱਜਦੀਆਂ, ਨੱਕ ਤੇ ਮੱਛਰ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਚੋਣ ਪ੍ਰਚਾਰ ਵਾਸਤੇ ਕੋਈ ਸੁਰ ਸੇਧ ਵੀ ਬਣਾਈ ਆ ਜੀ। ਅਜੇ ਤੱਕ ਤੇ ਕੋਈ ਸੁਰ ਹੀ ਨਹੀਂ ਮਿਲਦੀ, ਤੇ ਸੇਧਾਂ ਕਿੱਥੋਂ ਹੋਣਗੀਆਂ? ਆਪੋ ਆਪਣੇ ਢੰਗ ਨਾਲ ਕੋਈ ਢਾਕੇ ਨੂੰ ਤੁਰਿਆ ਜਾਂਦਾ, ਕੋਈ ਬੰਗਾਲੇ ਨੂੰ, ਕੋਈ ਉਤਰਨ ਜਾਂਦਾ, ਕੋਈ ਦੱਖਣ ਨੂੰ, ਕੋਈ ਚੜ੍ਹਦੇ ਨੂੰ ਜਾ ਰਿਹਾ, ਕੋਈ ਲਹਿੰਦੇ ਨੂੰ। ਇੱਦਾਂ ਜੇ ਅੱਡੋ ਅੱਡ ਪਾਸਿਆਂ ਨੂੰ ਉਤਰੇ ਰਹਿਣਗੇ ਤੇ ਚੋਣ ਪ੍ਰਚਾਰ ਦੇ ਵਿੱਚ ਵੀ ਦੂਜਿਆਂ ਤੋਂ ਮਾਰ ਖਾ ਜਾਣਗੇ। ਆਖੀ ਜਾਣਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ, ਪਰ ਜਿਹੜੇ ਭ੍ਰਿਸ਼ਟਾਚਾਰੀ MLA ਆ ਉਹਨਾਂ 'ਚੋਂ ਚੁਣ ਕੇ 1 2 3 4 ਹੁਣ ਤੱਕ 9 ਭ੍ਰਿਸ਼ਟਾਚਾਰ ਦੇ ਜਿਹੜੇ ਬਹੁਤ ਵੱਡੇ ਭੜੋਲੇ ਗਣੇ ਜਾਂਦੇ ਆ, ਉਹਨਾਂ ਦੇ ਹਲਕਿਆਂ 'ਚ ਜਾ ਕੇ ਨਵਜੋਤ ਸਿੰਘ ਸਿੱਧੂ ਕਹਿ ਆ ਇਸੇ ਨੂੰ ਟਿਕਟ ਦਿਆਂਗੇ। ਤੇ ਜੇ 9ਵਾਂ ਦੇ ਉਹ ਕਹਿ ਆ ਤੇ ਬਾਕੀਆਂ ਦੇ ਫਿਰ ਦੂਸਰੇ ਆ ਕੇ ਕਹਿ ਦੇਣਗੇ ਬਾਕੀ ਕੀ ਰਹਿ ਗਿਆ। ਗੱਲ ਤਾਂ ਪੰਮ ਸਾਹਿਬ ਬਿਲਕੁਲ ਸਹੀ ਹੈ, ਕਿਉਂਕਿ ਇੱਕ ਪਾਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਗੱਲਾਂ ਤੇ ਦੂਸਰੇ ਪਾਸੇ ਉਹਨਾਂ ਦੇ ਨਾਮਾਂ ਦਾ ਐਲਾਨ ਜਾਂ ਫਿਰ ਜਾ ਕੇ ਪ੍ਰਚਾਰ। 1971 ਦੀ ਜੰਗ ਨੂੰ ਪੰਮ ਸਾਹਿਬ ਅੱਜ 50 ਸਾਲ ਹੋ ਗਏ ਹੈ, ਕਿਵੇਂ ਦੇਖਦੇ ਆ, ਕੀ ਕਹਿਣਾ ਚਾਹੋਗੇ? ਮੇਰੇ ਵਰਗੇ ਲੋਕਾਂ ਨੇ ਉਹ ਜੰਗ ਵੇਖੀ ਅੱਖੀ ਜੀ।
ਉਦੋਂ ਜੇ ਮੁੱਛ ਫੁੱਟਦੀ ਸਾਂ, ਮੁੰਡੇ ਖੁੱਡੇ ਹੁੰਦੇ ਸਨ। ਉਸ ਵਕਤ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਪਾਕਿਸਤਾਨ ਦੀਆਂ ਚੋਣਾਂ ਹੋਈਆਂ, ਜਿਹੜਾ ਈਸਟ ਪਾਕਿਸਤਾਨ, ਪੂਰਬੀ ਪਾਕਿਸਤਾਨ ਸੀ, ਸਾਡੇ ਪੱਛਮੀ ਬੰਗਾਲ ਲਾਗੇ, ਉੱਥੋਂ ਦਾ ਲੀਡਰ ਸ਼ੇਖ ਮੁਜੀਬੁਰ ਰਹਿਮਾਨ ਸਾਂਝੀ ਪਾਰਲੀਮੈਂਟ 'ਚ ਬਹੁਤ ਗਿਣਤੀ ਲੈ ਗਿਆ। ਉਹਦੀ ਬਹੁਤ ਸੰਮਤੀ ਦੇ ਬਾਵਜੂਦ ਉਹਨੂੰ ਸਹੁੰ ਨਹੀਂ ਚੁੱਕਣ ਦਿੱਤੀ, ਪ੍ਰਧਾਨ ਮੰਤਰੀ ਨਹੀਂ ਬਣ ਦਿੱਤਾ, ਕਿਉਂਕਿ ਇੱਥੇ ਜ਼ਹੀਆ ਖਾਂ ਤੇ ਜ਼ੁਲਫਕਾਰ ਅਲੀ ਭੁੱਟੋ ਇਸ ਗੱਲ ਤੇ ਅੜ ਗਏ ਕਿ ਜੇ ਪ੍ਰਧਾਨ ਮੰਤਰੀ ਹੋਵੇਗਾ ਤੇ ਇੱਧਰਲੇ ਪੱਛਮੀ ਪਾਕਿਸਤਾਨ 'ਚ ਹੋਵੇਗਾ, ਈਸਟ ਵਾਲਾ ਬੰਗਾਲੀ ਨਹੀਂ ਬਣ ਦੇਣਾ। ਸਾਰੇ ਆਖਣ ਜਦੋਂ ਕੋਈ ਬਹੁਤ ਸੰਮਤੀ ਕਦੇ ਹੋਵੇ ਅਸੀਂ ਨਹੀਂ ਮੰਨਦੇ। ਇਹਨਾਂ ਫੜ ਕੇ ਜੇਲ੍ਹ ਸੁੱਟਤਾ, ਫੌਜ ਘੱਲ ਕੇ ਲੋਕਾਂ ਤੇ ਤਸ਼ੱਦਦ ਕੀਤਾ। ਉਹ ਤਸ਼ੱਦਦ ਦੇ ਮਾਰੇ ਲੋਕ ਭਾਰਤ ਵਾਲੇ ਪਾਸੇ ਨੂੰ ਆਉਣ ਲੱਗ ਪਏ। ਜਦੋਂ ਲੱਖਾਂ ਦੇ ਕਾਫਲੇ ਆਏ, ਸਾਰੀ ਦੁਨੀਆ ਵੇਖਦੀ ਪਈ ਸੀ ਔਰ ਦਿਸ ਰਿਹਾ ਸੀ ਕਿ ਉੱਥੇ ਇੰਨਾ ਤਸ਼ੱਦਦ ਹੋ ਰਿਹਾ। ਉਦੋਂ ਭਾਰਤ ਨੇ ਦਖਲ ਦਿੱਤਾ ਨਹੀਂ, ਭਾਰਤ ਨੂੰ ਦਖਲ ਦੇਣਾ ਪਿਆ ਸੀ। ਔਰ ਜਾ ਕੇ ਜਦੋਂ ਉੱਥੋਂ ਉਹ ਬੰਗਲਾਦੇਸ਼ ਆਜ਼ਾਦ ਕਰਾਇਆ ਗਿਆ ਤੇ ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਸੀ, ਉਹਨਾਂ ਤੋਂ ਅੱਜ ਵੀ ਜਦੋਂ ਮੁੜ ਮੁੜ ਕੇ ਲੋਕ ਦੱਸਦੇ ਆ ਤੇ ਸੁਣੀਆਂ ਨਹੀਂ ਜਾਂਦੀਆਂ ਜੀ। ਤੇ ਹਾਲਾਤ ਫਿਰ ਇਹ ਬਣ ਗਏ ਕਿ ਆਖਰ ਨੂੰ ਉਹਨਾਂ ਦੀ ਫੌਜ ਨੇ ਹਥਿਆਰ ਸੁੱਟੇ। ਸਾਡਾ ਉਸ ਵਕਤ ਜਿਹੜਾ ਉੱਥੇ ਫੌਜ ਦਾ ਕਮਾਂਡਰ ਸੀ ਜਨਰਲ ਜਗਜੀਤ ਸਿੰਘ ਅਰੋੜਾ, ਉਹਦੇ ਅੱਗੇ ਹਥਿਆਰ ਸੁੱਟ ਕੇ ਆਪਣਾ ਪਿਸਤੌਲ ਸੌਂਪ ਕੇ ਤੇ ਹਥਿਆਰ ਸੁੱਟਣ ਦੇ ਆਤਮ ਸਮਰਪਣ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਜਨਰਲ ਕੇ ਨਿਆਜ਼ੀ ਨੇ। ਉਹਨੂੰ ਕਿੰਨੀ ਕੁ ਸ਼ਰਮ ਆਉਂਦੀ ਹੋਊਗੀ ਕਿ ਦੋਵੇਂ ਜਣੇ ਇਕੱਠੇ ਮਿਲਟਰੀ ਅਕੈਡਮੀ 'ਚ ਪੜ੍ਹੇ ਸਨ, ਇੱਕੋ ਬੈਂਚ ਤੇ ਬਹਿੰਦੇ ਹੁੰਦੇ ਸਨ ਤੇ ਇੱਕ ਜਣੇ ਨੂੰ ਦੂਜੇ ਅੱਗੇ ਹਥਿਆਰ ਸੁੱਟਣੇ ਪਏ ਤੇ ਖੜੇ ਪੈਰ 92,000 ਫੌਜ ਜਿਹੜੀ ਸੀ ਉਹਨੇ ਸਰੈਂਡਰ ਕੀਤਾ ਸੀ। 6,000 ਪਹਿਲਾਂ ਸੀ, 98,000 ਦੇ ਕਰੀਬ ਫੌਜ ਨੇ ਸਰੈਂਡਰ ਕੀਤਾ, ਜਿਹੜੀ ਬਾਅਦ 'ਚ ਸਮਝੌਤੇ 'ਚ ਛੱਡੀ ਗਈ ਸੀ, ਸ਼ਿਮਲਾ ਸਮਝੌਤੇ 'ਚ। ਉਹ ਦਿਨ, ਉਹਦੇ ਤੋਂ ਬਾਅਦ ਬੰਗਲਾਦੇਸ਼ ਦਾ ਜਿਹੜਾ ਬੰਗ ਬੰਧੂ ਸੀ, ਜਿਹਨੂੰ ਪਹਿਲਾਂ ਭੁੱਟੋ ਹੋਰਾਂ ਨੇ ਕੈਦ ਕੀਤਾ ਸੀ, ਬਾਅਦ 'ਚ ਉਹਨੂੰ ਉਹਦੇ ਆਪਣਿਆਂ ਨੇ ਕਤਲ ਕਰਤਾ। ਉਹ ਜਿਹੜੇ ਆਪਣੇ ਸੀ ਉਹ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਹੱਥਾਂ 'ਚ ਖੇਡਦੇ ਸਨ। ਗੁਆਂਢ ਮੱਥਾ ਅਸੀਂ ਅੱਜ ਵੀ ਉਸ ਦੇਸ਼ ਦੀ ਸੁੱਖ ਮੰਗਦੇ ਹਾਂ। ਪਾਕਿਸਤਾਨ ਵਾਲਿਆਂ ਨੂੰ ਵੀ ਆਖਾਂਗੇ ਭਾਈ ਜੋ ਹੋ ਗਿਆ ਪਿਛੋਕੜ ਨੂੰ ਭੁੱਲ ਜਾਈਦਾ, ਹੁਣ ਅਗਲਾ ਕਦਮ ਪੁੱਟੋ, ਕਿਤੇ ਦੁਬਾਰਾ ਕੋਈ ਗਲਤੀ ਨਾ ਹੋ ਜਾਂਦੀ ਹੋਵੇ। ਪਰ ਸਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਤੁਸੀਂ ਡਿਟੇਲ ਨਾਲ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।